ਮਨੁੱਖੀ ਜੀਵਨ ਤਾਂ ਸ਼ੁੱਧ ਰੂਪ ਤੋਂ ਇੱਕ ਉਦੇਸ਼ ਦੇ ਲਈ ਮਿਲਿਆ ਹੈ। ਸਿਰਜਣਹਾਰ ਦੇ ਵਿਸ਼ਵ ਬਾਗ ਦੇ ਭੌਤਿਕ ਪੱਖ ਨੂੰ ਬਿਹਤਰ ਅਤੇ ਆਤਮਿਕ ਪੱਖ ਨੂੰ ਸੰਸਕਾਰਵਾਨ ਬਣਾਉਣ ਵਿੱਚ ਯੋਗਦਾਨ ਦੇਣ ਦੇ ਲਈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਜੀਵਨ ਸੰਪਦਾ ਦਾ ਸਰੂਪ ਅਤੇ ਸਦਉਪਯੋਗ। ਪੁਸਤਕ ਦੀ ਜਾਣਕਾਰੀ। ਕੀ ਤੁਸੀਂ ਕਦੇ-ਕਦੇ ਖੁਦ ਤੋਂ ਇੱਕ ਬੁਨਿਆਦ ਸਵਾਲ ਪੁੱਛਦੇ ਹੋ? ਮਨੁੱਖੀ ਜੀਵਨ ਦਾ ਅਸਲ ਉਦੇਸ਼ ਕੀ ਹੈ? ਦੂਜੇ ਜੀਵਾਂ ਦੇ ਮੁਕਾਬਲੇ ਵਿੱਚ ਮਨੁੱਖਾਂ ਨੂੰ ਵਿਸ਼ੇਸ਼ ਅਧਿਕਾਰ ਕਿਉਂ ਦਿੱਤੇ ਜਾਂਦੇ ਹਨ? ਮਨੁੱਖ ਕਿਵੇਂ ਯਕੀਨ ਕਰ ਸਕਦੇ ਹਨ ਕਿ ਉਹ ਉਹੀ ਕਰ ਰਹੇ ਹਨ ਜੋ ਕਰਨਾ ਚਾਹੀਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਲੱਭਦਿਆਂ ਅਸੀਂ ਸਾਰੀ ਉਮਰ ਭਟਕਦੇ ਰਹਿੰਦੇ ਹਾਂ। ਸ਼ਿਕਾਗੋ ਯੂਨੀਵਰਸਿਟੀ ਵਿੱਚ ਇੱਕ ਪ੍ਰਯੋਗ ਕੀਤਾ ਗਿਆ। ਇਸ ਪ੍ਰਯੋਗ ਵਿੱਚ ਸ਼ਿਕਾਗੋ ਯੂਨੀਵਰਸਿਟੀ ਵਿੱਚ ਕੀਤੇ ਗਏ ਇੱਕ ਪ੍ਰਯੋਗ ਵਿੱਚ ਭਾਗ ਲੈਣ ਵਾਲਿਆਂ ਨੂੰ 5 ਦਿਨਾਂ ਦੇ ਲਈ ਪ੍ਰਤੀਦਿਨ 5 ਪ੍ਰਾਪਤ ਹੋਏ। ਉਹਨਾਂ ਨੂੰ ਹਰ ਵਾਰ ਇੱਕ ਹੀ ਚੀਜ਼ ਦੇ ਪੈਸੇ ਖਰਚਣੇ ਪੈਂਦੇ ਸਨ। ਖੋਜਕਰਤਾਵਾਂ ਨੇ ਬੇਤਰਤੀਬ ਢੰਗ ਤੋਂ ਪ੍ਰਤੀਭਾਗੀਆਂ ਨੂੰ ਆਪਣੇ ਤੇ ਜਾਂ ਕਿਸੇ ਹੋਰ ਤੇ ਪੈਸਾ ਖਰਚ ਕਰਨ ਦੇ ਲਈ ਸੌਂਪਿਆ, ਜਿਵੇਂ ਕਿ ਉਸੇ ਕੈਫੇ ਵਿੱਚ ਟਿਪ ਜਾਰ ਵਿੱਚ ਪੈਸੇ ਛੱਡਣਾ ਜਾਂ ਹਰ ਰੋਜ਼ ਉਸੇ ਚੈਰਿਟੀ ਨੂੰ ਆਨਲਾਈਨ ਦਾਨ ਕਰਨਾ। ਪ੍ਰਤੀਭਾਗੀਆਂ ਨੇ ਹਰ ਦਿਨ ਆਪਣੇ ਖਰਚ ਦੇ ਅਨੁਭਵ ਅਤੇ ਸਮੁੱਚੀ ਖੁਸ਼ੀ ਦੇ ਵਿਚਾਰ ਕੀਤਾ। ਕੁੱਲ 96 ਭਾਗੀਦਾਰਾਂ ਵਿੱਚੋਂ ਡੇਟਾ ਨੇ ਇੱਕ ਸਪਸ਼ਟ ਪੈਟਰਨ ਦਿਖਾਇਆ। ਭਾਗੀਦਾਰਾਂ ਨੇ ਸਵੈ ਰਿਪੋਰਟਰ ਦੀ ਖੁਸ਼ੀ ਦੇ ਸਮਾਨ ਪੱਧਰਾਂ ਤੇ ਨਾਲ ਸ਼ੁਰੂਆਤ ਕੀਤੀ ਅਤੇ ਜਿਨ੍ਹਾਂ ਨੇ ਖੁਦ ਤੇ ਪੈਸਾ ਖਰਚ ਕੀਤਾ ਉਹਨਾਂ ਨੇ 5 ਦਿਨਾਂ ਵਿੱਚ ਖੁਸ਼ੀ ਵਿੱਚ ਨਿਰੰਤਰ ਗਿਰਾਵਟ ਦੀ ਰਿਪੋਰਟ ਕੀਤੀ। ਪਰ ਕਿਸੇ ਹੋਰ ਨੂੰ ਆਪਣਾ ਪੈਸਾ ਦੇਣ ਵਾਲਿਆਂ ਦੀ ਖੁਸ਼ੀ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਕਿਤਾਬ ਨੂੰ ਪੜ੍ਹਨ ਦੇ ਕਾਰਨ, ਜੇਕਰ ਤੁਸੀਂ ਵੀ ਉਹਨਾਂ ਉਤਸੁਕ ਆਤਮਾਵਾਂ ਵਿੱਚੋਂ ਮੰਨੇ ਜਾਂਦੇ ਹੋ ਕਿ ਉਹ ਕਿਸੇ ਵੱਡੀ ਚੀਜ਼ ਦਾ ਹਿੱਸਾ ਹਨ ਪਰ ਫਿਰ ਇਕੱਲੇ ਮਹਿਸੂਸ ਕਰਦੇ ਹੋ, ਤਾਂ ਇਹ ਪੁਸਤਕ ਤੁਹਾਡੇ ਲਈ ਹੈ। ਜੁੜਨ ਦੀ ਭਾਵਨਾ ਤੁਹਾਨੂੰ ਬਾਰ-ਬਾਰ ਛੂੰਹਦੀ ਹੈ, ਪਰ ਜ਼ਿੰਮੇਵਾਰੀ ਦਾ ਡਰ ਤੁਹਾਨੂੰ ਰੋਕਦਾ ਹੈ। ਸੰਪੂਰਨ ਬ੍ਰਹਿਮੰਡ ਦੇ ਨਾਲ ਆਪਣੇ ਬੰਧਨ ਨੂੰ ਮਜ਼ਬੂਤ ਕਰਨ ਦੇ ਲਈ ਇਸ ਕਿਤਾਬ ਨੂੰ ਪੜ੍ਹੋ। ਤੁਸੀਂ ਚੰਗੇ ਪੜ੍ਹੇ ਲਿਖੇ ਹੋ, ਚੰਗੀ ਤਰ੍ਹਾਂ ਤੋਂ ਸਥਾਪਿਤ ਹੋ, ਸਾਰੀਆਂ ਭੌਤਿਕ ਜ਼ਰੂਰਤਾਂ ਨੂੰ ਪੂਰੀਆਂ ਕਰ ਰਹੇ ਹੋ, ਪਰ ਫਿਰ ਵੀ ਅੰਦਰੋਂ ਖੋਖਲਾ ਮਹਿਸੂਸ ਕਰਦੇ ਹੋ। ਇਸ ਲਈ ਇਸ ਕਿਤਾਬ ਤੋਂ ਸਿੱਖੋ ਕਿ ਰਿਸ਼ਤੇਦਾਰ ਅਤੇ ਅਸਲੀ ਖੁਸ਼ੀ ਵਿਚਕਾਰ ਦਾ ਫਰਕ। ਸ਼ਕਤੀਸ਼ਾਲੀ ਪਰ ਕੁਦਰਤੀ ਤੌਰ ਤੇ ਆਪਣੀ ਮਸਤੀ ਨੇ ਤੁਹਾਡੇ ਦਿਲ ਤੇ ਸੁਪਰ ਗੂੰਦ ਵਾਂਗ ਤਾਲਾ ਲਗਾ ਦਿੱਤਾ ਹੈ, ਜੋ ਤੁਸੀਂ ਮਨੁੱਖੀ ਜੀਵਨ ਦੇ ਅਸਲ ਉਦੇਸ਼ ਤੋਂ ਪੂਰੀ ਤਰ੍ਹਾਂ ਅਣਜਾਣ ਹੋ। ਇਸ ਛੋਟੀ ਫਿਰ ਜੀਵਨ ਦੇ ਨਿਚੋੜ ਨੂੰ ਸਮਝਣ ਲਈ ਕਿਤਾਬ ਨੂੰ ਪੜ੍ਹੋ। ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜੋ ਨਾ ਸਿਰਫ ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਵੇਗੀ, ਬਲਕਿ ਤੁਹਾਨੂੰ ਜੀਵਨ ਦੇ ਉਦੇਸ਼ ਪੂਰੇ ਕਰਨ ਲਈ ਮਾਰਗਦਰਸ਼ਨ ਕਰੇਗੀ। ਪੁਸਤਕ ਦੇ ਕੁਝ ਅੰਸ਼ ਮਨੁੱਖੀ ਜੀਵਨ ਦੀ ਮਰਿਆਦਾ ਨਾ ਸਮਝੀ ਜਾ ਸਕੇ ਤਾਂ ਉਸਨੂੰ ਇੱਕ ਤਰ੍ਹਾਂ ਤੋਂ ਸ਼ਰਾਪ ਹੀ ਕਿਹਾ ਜਾਵੇਗਾ, ਕਿਉਂਕਿ ਉਹ ਦੂਜੇ ਪ੍ਰਾਣੀਆਂ ਨਾਲੋਂ ਜ਼ਿਆਦਾ ਰੋਗੀ, ਚਿੰਤਿਤ, ਬੇਚੈਨ ਅਤੇ ਸਮੱਸਿਆਵਾਂ ਤੋਂ ਗ੍ਰਸਤ ਪਾਇਆ ਜਾਂਦਾ ਹੈ। ਕਦਮ-ਕਦਮ ਤੇ ਦੁਰਗਤੀ ਵੀ ਉਸੇ ਦੀ ਹੁੰਦੀ ਹੈ ਅਤੇ ਮ੍ਰਿਤੂ ਦੇ ਸਮੇਂ ਉਹੀ ਸਭ ਤੋਂ ਜ਼ਿਆਦਾ ਕਸ਼ਟ ਝੱਲਦਾ ਹੈ। ਇਸ ਦੇ ਉਲਟ, ਜੇਕਰ ਕੋਈ ਇਹ ਸਮਝ ਸਕੇ ਕਿ ਉਸਨੂੰ ਪਰਮਾਤਮਾ ਦੇ ਵੈਭਵ ਭੰਡਾਰ ਦੀ ਪਰਮ ਦਾਤ ਉਪਲਬਧ ਹੈ, ਇਸ ਦੇ ਨਾਲ ਅਣਗਿਣਤ ਸੰਭਾਵਨਾਵਾਂ, ਅਣਗਿਣਤ ਵਿਭੂਤੀਆਂ ਜੁੜੀਆਂ ਹਨ, ਤਾਂ ਉਸਦੇ ਉਤਸ਼ਾਹ ਦਾ ਠਿਕਾਣਾ ਨਹੀਂ ਰਹੇਗਾ। ਨਾਲ ਹੀ ਇਹ ਮਹਿਸੂਸ ਵੀ ਹੋਵੇਗਾ ਕਿ ਇੰਨੇ ਵੱਡੇ ਅਹੁਦੇ ਦਾ ਮਿਲਣਾ, ਜਿੱਥੇ ਵਿਲੱਖਣ ਸੁਭਾਗ ਹੈ, ਉੱਥੇ ਉਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਘੱਟ ਨਹੀਂ ਹੈ। ਮਨੁੱਖੀ ਜੀਵਨ ਪਰਮਾਤਮਾ ਦੀ ਦਾਤ ਹੈ। ਉਸਨੂੰ ਸਾਰਥਕ, ਸੁਖਦ ਅਤੇ ਸਫਲ ਬਣਾਉਣਾ ਮਨੁੱਖ ਦੀ ਆਪਣੀ ਜ਼ਿੰਮੇਵਾਰੀ ਹੈ। ਮਨੁੱਖੀ ਜੀਵਨ ਨੂੰ ਆਪਣੇ ਇਸ ਲੋਕ ਦਾ ਸਭ ਤੋਂ ਉੱਤਮ ਧਨ ਕਿਹਾ ਗਿਆ ਹੈ। ਇਸ ਦੇ 2 ਹੀ ਉਪਯੋਗ ਹਨ, ਆਤਮ ਕਲਿਆਣ ਅਤੇ ਵਿਸ਼ਵ ਕਲਿਆਣ। ਆਤਮ ਕਲਿਆਣ ਇਹ ਹੈ ਕਿ ਚੰਗੇ ਵਿੱਚ ਲੱਗੇ ਰਹਿ ਕੇ ਆਤਮ ਸੰਤੋਖ, ਲੋਕ ਸਨਮਾਨ, ਦੈਵੀ ਵਰਦਾਨ ਪ੍ਰਾਪਤ ਕਰਦੇ ਹੋਏ ਪੂਰਨਤਾ ਦਾ ਉਦੇਸ਼ ਪ੍ਰਾਪਤ ਕਰੇ। ਵਿਸ਼ਵ ਕਲਿਆਣ ਇਹ ਹੈ ਕਿ ਈਸ਼ਵਰ ਦੀ ਇੱਛਾ ਪੂਰੀ ਕਰੀਏ, ਸ੍ਰਿਸ਼ਟੀ ਵਿੱਚ ਸਦਭਾਵਨਾਵਾਂ ਅਤੇ ਚੰਗੇ ਵਿਵਹਾਰ ਨੂੰ ਵਧਾਉਣ ਵਿੱਚ ਯਤਨਸ਼ੀਲ ਰਹੀਏ। ਕੁਝ ਅਜਿਹੇ ਬੁਨਿਆਦੀ ਪ੍ਰਸ਼ਨ ਹਨ ਜਿਨ੍ਹਾਂ ਨੂੰ ਜੀਵਨ ਸੰਪਦਾ ਦਾ ਸਦਉਪਯੋਗ ਕਰਨ ਦੀ ਗੱਲ ਸੋਚਣ ਵਾਲੇ ਜੇਕਰ ਸਮੇਂ ਸਿਰ ਆਪਣੇ ਦ੍ਰਿਸ਼ਟੀਕੋਣ ਵਿੱਚ ਸ਼ਾਮਿਲ ਕਰ ਲੈਣ ਤਾਂ ਕਿਸੇ ਨੂੰ ਵੀ ਉਸ ਦਬਾਅ ਹੇਠ ਨਹੀਂ ਆਉਣਾ ਪਵੇਗਾ ਜੋ ਰੁਝੇਵਾਂ, ਚਿੰਤਾ, ਸਮੱਸਿਆ ਆਦਿ ਦੇ ਨਾਂ ਤੇ ਲੋਕਾਂ ਤੇ ਛਾਇਆ ਹੋਇਆ ਹੈ। ਅਸਲ ਵਿੱਚ ਕਿਸੇ ਦੇ ਸਾਹਮਣੇ ਕੋਈ ਅਜਿਹੀ ਸਮੱਸਿਆ ਨਹੀਂ ਹੈ ਜਿਸ ਦੇ ਕਾਰਨ ਇਹਨਾਂ ਦਿਨੀ ਸਾਰੀਆਂ ਦਿਸ਼ਾਵਾਂ ਵਿੱਚ ਗੂੰਜ ਰਹੇ ਮਹਾਕਾਲ ਦੀ ਪ੍ਰੇਰਨਾ, ਯੁੱਗ ਸਾਧਨਾ ਅਤੇ ਸਮੇਂ ਦੀ ਪੁਕਾਰ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਤਮ ਗਲਾਨੀ ਝੇਲੀ ਜਾਵੇ ਅਤੇ ਇਹ ਇਤਿਹਾਸਕਾਰਾਂ ਦੀ ਕਲੰਕ ਦੀ ਸੂਚੀ ਵਿੱਚ ਦਰਜ ਕਰਨ ਦੀ ਇਜਾਜ਼ਤ ਦਿੱਤੀ ਜਾਵੇ।